ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਇਤਿਹਾਸ ਦੇ ਵਿੱਚੋਂ ਵਿਚਾਰ ਕਰਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਦੇ ਵਿੱਚ ਇੱਕ ਪੰਡਿਤ ਨਿਤਾਨੰਦ ਨਾਮ ਕਰਕੇ ਵੇਦਾਂ ਪੁਰਾਣਾਂ ਦੀ ਕਥਾ ਕਰਿਆ ਕਰਦਾ ਸੀ। ਜੋ ਸਤਿਗੁਰੂ ਮਹਾਰਾਜ ਜੀਆਂ ਦਾ ਹੀ ਹੁਕਮ ਸੀ ਕਿ ਸਤਿਗੁਰੂ ਇਸ ਗੱਲ ਤੋਂ ਜਾਣੂ ਕਰਾਉਣਾ ਚਾਹੁੰਦੇ ਸਨ ਕਿ ਜਿੱਥੇ ਗੁਰਸਿੱਖ ਗੁਰੂ ਘਰ ਦੀ ਰਹੁ ਰੀਤੀ ਮਰਿਆਦਾ ਨੂੰ ਜਾਣਦੇ ਹੋਏ ਗੁਰਬਾਣੀ ਬੜੇ ਪਿਆਰ ਦੇ ਨਾਲ ਪੜ੍ਹਦੇ ਸਮਝਦੇ ਹਨ, ਇੱਥੇ ਇਹ ਗੁਰਸਿੱਖਾਂ ਨੂੰ ਹੋਰ ਵੀ ਜੋ ਧਾਰਮਿਕ ਮਤਾਂਤਰਾਂ ਦੇ ਗ੍ਰੰਥ ਹਨ ਨਾ, ਉਹਨਾਂ ਦੇ ਬਾਰੇ ਵੀ ਕੁਝ ਗਿਆਨ ਹੋਣਾ ਜ਼ਰੂਰੀ ਹੈ। ਤਾਂ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਪੰਡਿਤ ਨਿਤਾਨੰਦ ਇਹ ਹਰ ਰੋਜ਼ ਕਥਾ ਕਰਿਆ ਕਰੇ। ਇੱਕ ਦਿਨ ਗਰੁੜ ਪੁਰਾਣ ਦੀ ਕਥਾ ਕਰਦੇ ਕਰਦੇ ਇਹ ਵਿਚਾਰ ਚੱਲੀ ਕਿ ਜੋ ਪਰਲੋਕ ਦਾ ਰਸਤਾ ਹੈ ਇਹ 1 ਸਾਲ ਦਾ ਰਸਤਾ ਹੈ। 1 ਸਾਲ ਦੇ ਵਿੱਚ ਜੀਵ ਨੂੰ ਸਮਾਤ ਲੋਕ ਤੋਂ ਪਰਲੋਕ ਦੇ ਵਿੱਚ ਲਿਜਾਇਆ ਜਾਂਦਾ ਹੈ ਅਤੇ ਜਿਸ ਤਰ੍ਹਾਂ ਵੀ ਇਸ ਦੇ ਕਰਮ ਹੁੰਦੇ ਹਨ, ਪਾਪੀਆਂ ਨੂੰ ਜਮਦੂਤ ਪਕੜ ਕੇ ਲੈ ਜਾਂਦੇ ਹਨ, ਬੇਅੰਤ ਸਜ਼ਾਵਾਂ ਦਿੰਦੇ ਹੋਏ। ਪੁੰਨੀਆਂ ਦੇ ਵਾਸਤੇ ਬਹੁਤ ਸਾਰੀਆਂ ਅਸਵਾਰੀਆਂ ਵਿਮਾਨ ਆਦਿ ਆਉਂਦੇ ਹਨ, ਪਰ ਇਹ ਜੋ ਰਸਤਾ ਹੈ 1 ਸਾਲ ਦਾ ਰਸਤਾ ਹੈ। ਤਾਂ ਜਦ ਪੰਡਿਤ ਜੀ ਕਥਾ ਦੀ ਸਮਾਪਤੀ ਕਰਕੇ ਵਾਪਸ ਆਉਣ ਲੱਗੇ, ਕਥਾ ਦੀ ਸਮਾਪਤੀ ਤੋਂ ਬਾਅਦ ਪੰਡਿਤ ਜੀ ਨੇ ਸੁਣਿਆ ਕਿ ਕੁਝ ਗੁਰਸਿੱਖ ਆਪਸ ਵਿੱਚ ਇਕੱਠੇ ਬੈਠੇ ਇਹ ਵਿਚਾਰਾਂ ਕਰ ਰਹੇ ਸਨ ਕਿ ਇੱਕ ਭਾਈ ਸੁੰਦਰ ਨਾਮ ਕਰਕੇ ਗੁਰਸਿੱਖ ਬੋਲਿਆ। ਉਹ ਕਹਿਣ ਲੱਗਾ ਕਿ ਪੰਡਿਤ ਜੀ ਕਹਿੰਦੇ ਸਨ ਕਿ 1 ਸਾਲ ਦਾ ਰਸਤਾ ਹੈ ਪਰਲੋਕ ਦਾ। ਜੇਕਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੈਨੂੰ ਹੁਕਮ ਕਰਨ, ਮੈਨੂੰ ਆਗਿਆ ਦੇਣ, ਤਾਂ ਮੈਂ ਇਹ ਰਸਤਾ 4 ਪੈਰਾਂ ਦੇ ਵਿੱਚ ਤੈਅ ਕਰ ਸਕਦਾ ਹਾਂ। ਤਾਂ ਇਸ ਦੀ ਗੱਲ ਨੂੰ ਸੁਣ ਕੇ ਇੱਕ ਭਾਈ ਲਾਲਾ ਜੀ ਨਾਮ ਕਰਕੇ ਗੁਰਸਿੱਖ ਉਹ ਕਹਿਣ ਲੱਗਿਆ ਕਿ ਭਾਈ ਸੁੰਦਰ ਜੀ 4 ਪਹਿਰ ਵੀ ਬਹੁਤ ਹਨ। ਜੇਕਰ ਮੇਰੇ ਤੇ ਸਤਿਗੁਰੂ ਮਿਹਰ ਕਰਨ, ਮੈਨੂੰ ਆਗਿਆ ਬਖਸ਼ਣ, ਤਾਂ ਮੈਂ ਇਹ ਰਸਤਾ 2 ਪਹਿਰਾਂ ਦੇ ਵਿੱਚ ਤੈਅ ਕਰ ਸਕਦਾ ਹਾਂ। ਤਾਂ ਤੀਸਰਾ ਗੁਰਸਿੱਖ ਬੋਲਿਆ, ਤੀਸਰਾ ਭਾਈ ਮਈਆ ਜੀ ਨਾਮ ਕਰਕੇ ਗੁਰਸਿੱਖ ਉਹ ਕਹਿਣ ਲੱਗਿਆ ਕਿ ਜੇਕਰ ਸਤਿਗੁਰੂ ਮਹਾਰਾਜ ਮੇਰੇ ਤੇ ਕਿਰਪਾ ਕਰਨ ਤਾਂ ਮੈਂ ਇਹ ਰਸਤਾ 1 ਪਹਿਰ ਦੇ ਵਿੱਚ ਤੈਅ ਕਰ ਸਕਦਾ ਹਾਂ। ਪੰਡਿਤ ਨਿਤਾਨੰਦ ਜੀ ਨੇ ਇਹ ਗੁਰਸਿੱਖਾਂ ਦੀਆਂ ਵਿਚਾਰਾਂ ਜਾਂਦੇ ਜਾਂਦੇ ਸੁਣੀਆਂ ਤਾਂ ਉਹ ਠਹਿਰ ਗਏ ਸਨ। ਤਾਂ ਉਹ ਸੁਣ ਕੇ ਬੜੇ ਹੈਰਾਨ ਹੋਏ ਵੀ ਇਹ ਕੀ ਕਾਰਨ, ਵੀ ਇਹ ਪਰਲੋਕ ਦੇ ਵਿੱਚ ਦਾ ਰਸਤਾ ਜੋ ਗਰੁੜ ਪੁਰਾਣ ਦੇ ਵਿੱਚ ਲਿਖਿਆ 1 ਸਾਲ ਦਾ ਹੈ, ਪਰ ਇਹ ਗੁਰੂ ਦੇ ਸਿੱਖ ਹਨ, ਗੁਰਸਿੱਖ ਹਨ, ਇਹ ਆਪੋ ਆਪਣੀ ਮੱਤ ਦੇ ਅਨੁਸਾਰ ਕੋਈ ਕਿੰਨਾ ਕਹਿ ਰਿਹਾ, ਕੋਈ ਕਿੰਨਾ ਕਹਿ ਰਿਹਾ ਹੈ। ਗੁਰੂ ਦਾ ਸਿੱਖ ਤੇ ਕਦੇ ਝੂਠ ਬੋਲਦਾ ਨਹੀਂ ਹੈ, ਪਰ ਇੱਥੇ ਕੁਫਰ ਤੋਲ ਰਹੇ ਹਨ, ਝੂਠ ਬੋਲ ਰਹੇ ਹਨ। ਤਾਂ ਇਹਨਾਂ ਵਿਚਾਰਾਂ ਦੇ ਵਿੱਚ ਇੱਕ ਚੌਥਾ ਗੁਰਸਿੱਖ ਭਾਈ ਨਿਹਾਲਾ ਜੀ ਬੋਲੇ। ਉਹ ਕਹਿਣ ਲੱਗੇ ਕਿ ਦੇਖੋ, ਜੇਕਰ ਸਤਿਗੁਰੂ ਮਹਾਰਾਜ ਮੇਰੇ ਤੇ ਕਿਰਪਾ ਕਰਨ, ਮੈਨੂੰ ਆਗਿਆ ਬਖਸ਼ਣ, ਤਾਂ ਮੈਂ ਇਹ ਰਸਤਾ 1 ਛਿਨ ਦੇ ਵਿੱਚ ਹੀ ਤੈਅ ਕਰ ਸਕਦਾ ਹਾਂ। ਤਾਂ ਪੰਡਿਤ ਨਿਤਾਨੰਦ ਸੁਣ ਕੇ ਹੋਰ ਵੀ ਬੜਾ ਹੈਰਾਨ ਹੋਇਆ ਕਿ ਇਹ ਗੁਰੂ ਦੇ ਸਿੱਖ ਹਨ, ਪਰ ਗੁਰੂ ਦਾ ਸਿੱਖ ਕਦੇ ਝੂਠ ਨਹੀਂ ਬੋਲਦਾ, ਇਹ ਝੂਠ ਤੇ ਝੂਠ ਬੋਲੀ ਜਾਂਦੇ ਹਨ। ਤਾਂ ਕਦੇ ਇਹ ਵੀ ਵਿਚਾਰਾਂ ਸੋਚਦਾ ਹੈ ਕਿ ਵੇਦਾਂ ਪੁਰਾਣਾਂ ਦੇ ਵਿੱਚ ਤੇ ਕਦੇ ਝੂਠ ਨਹੀਂ ਲਿਖਿਆ ਹੋ ਸਕਦਾ। ਤਾਂ ਅਗਲਾ ਦਿਨ ਹੋਇਆ ਤਾਂ ਪੰਡਿਤ ਜੀ ਕਥਾ ਕਰਨ ਦੇ ਵਾਸਤੇ ਨਾ ਆਏ। ਹਰ ਰੋਜ਼ ਦੀ ਤਰ੍ਹਾਂ ਗੁਰਸਿੱਖ ਸੰਗਤਾਂ ਇਕੱਤਰਤ ਹੋਈਆਂ, ਦਰਬਾਰ ਸਜਿਆ, ਤਾਂ ਪੰਡਿਤ ਜੀ ਨਾ ਆਏ। ਕਾਫੀ ਸਮਾਂ ਉਡੀਕਣ ਤੋਂ ਬਾਅਦ ਸਤਿਗੁਰਾਂ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ
ਅੱਜ ਕਥਾ ਦਾ ਸਮਾਂ ਹੋ ਚੁੱਕਿਆ ਹੈ, ਪਰ ਪੰਡਿਤ ਜੀ ਕਥਾ ਕਰਨ ਦੇ ਵਾਸਤੇ ਨਹੀਂ ਆਏ। ਸਤਿਗੁਰਾਂ ਇੱਕ ਗੁਰਸਿੱਖ ਨੂੰ ਭੇਜਿਆ, ਜਾ ਕੇ ਪੰਡਿਤ ਜੀਆਂ ਨੂੰ ਲੈ ਕੇ ਆਵੋ ਤਾਂ ਕਥਾ ਕੀਤੀ ਜਾ ਸਕੇ। ਤਾਂ ਉਸ ਟਾਈਮ ਪੰਡਿਤ ਨਿਤਾਨੰਦ ਜੀਆਂ ਨੇ ਜਵਾਬ ਦੇ ਦਿੱਤਾ। ਉਹ ਕਹਿਣ ਲੱਗੇ ਕਿ ਮੈਂ ਕਥਾ ਨਹੀਂ ਕਰਨੀ। ਤਾਂ ਗੁਰਸਿੱਖ ਨੇ ਆ ਕੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ ਪੰਡਿਤ ਜੀ ਅੱਜ ਕਹਿ ਰਹੇ ਹਨ ਕਿ ਮੈਂ ਹੁਣ ਕਥਾ ਨਹੀਂ ਕਰਨੀ ਇਸ ਅਸਥਾਨ 'ਤੇ। ਤਾਂ ਸਤਿਗੁਰਾਂ ਗੁਰਸਿੱਖ ਨੂੰ ਭੇਜ ਕੇ ਪੰਡਿਤ ਨਿਤਾਨੰਦ ਨੂੰ ਆਪਣੇ ਪਾਸ ਬੁਲਾਇਆ ਔਰ ਪੁੱਛਣਾ ਕੀਤਾ। ਕਹਿਣ ਲੱਗੇ ਸਤਿਗੁਰੂ ਕਿ ਇਹ ਪੰਡਿਤ ਜੀ ਕੀ ਕਾਰਨ, ਤੁਸੀਂ ਬੜੇ ਪਿਆਰ ਦੇ ਨਾਲ ਰੋਜ਼ਾਨਾ ਕਥਾ ਕਰਦੇ ਸੀ, ਸਾਰੀਆਂ ਸਿੱਖ ਸੰਗਤਾਂ ਬੜੇ ਪਿਆਰ ਦੇ ਨਾਲ ਧਿਆਨ ਦੇ ਨਾਲ ਸੁਣਦੇ ਸਨ, ਅੱਜ ਕੀ ਕਾਰਨ ਹੋਇਆ? ਤਾਂ ਪੰਡਿਤ ਨਿਤਾਨੰਦ ਜੀਆਂ ਨੇ ਬੇਨਤੀ ਕੀਤੀ। ਉਹ ਕਹਿਣ ਲੱਗਾ, ਸੱਚੇ ਪਾਤਸ਼ਾਹ ਕੱਲ੍ਹ ਜੋ ਕਥਾ ਦੇ ਵਿੱਚ ਪ੍ਰਸੰਗ ਚੱਲਿਆ ਕਿ ਪਰਲੋਕ ਦਾ ਰਸਤਾ 1 ਸਾਲ ਦਾ ਰਸਤਾ ਹੈ, ਪਰ ਆਪ ਜੀਆਂ ਦੇ ਗੁਰਸਿੱਖ ਇਹ ਕਥਾ ਨੂੰ ਸੱਚ ਨਹੀਂ ਸਮਝ ਰਹੇ, ਇੱਕ ਮਖੌਲ ਹੀ ਸਮਝ ਰਹੇ ਹਨ। ਇਹ ਕੋਈ ਕਹਿੰਦਾ ਕਿ ਮੈਂ ਇਹ ਰਸਤਾ 4 ਪਹਿਰਾਂ ਦੇ ਵਿੱਚ ਤੈਅ ਕਰ ਸਕਦਾ ਹਾਂ, ਕੋਈ ਕਹਿੰਦਾ 2 ਪਹਿਰਾਂ ਦੇ ਵਿੱਚ, ਕੋਈ ਕਹਿੰਦਾ 1 ਪਹਿਰ ਦੇ ਵਿੱਚ। ਇੱਕ ਗੁਰਸਿੱਖ ਨੇ ਤੇ ਕਮਾਲ ਹੀ ਕਰ ਦਿੱਤੀ। ਉਹ ਕਹਿੰਦਾ ਮੈਂ 1 ਛਿਣ ਦੇ ਵਿੱਚ ਇਹ ਰਸਤਾ ਤੈਅ ਕਰ ਸਕਦਾ ਹਾਂ, ਜੇਕਰ ਗੁਰੂ ਮਹਾਰਾਜ ਮੈਨੂੰ ਆਗਿਆ ਬਖਸ਼ਣ। ਤਾਂ ਸਤਿਗੁਰੂ ਮਹਾਰਾਜ ਹੁਣ ਮੈਨੂੰ ਇਸ ਗੱਲ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ ਹੈ, ਸ਼ੰਕਾ ਹੈ ਕਿ ਮੈਂ ਸੁਣਿਆ ਹੈ ਕਿ ਗੁਰੂ ਦਾ ਸਿੱਖ ਗੁਰਸਿੱਖ ਤੇ ਕਦੇ ਝੂਠ ਨਹੀਂ ਬੋਲਦਾ, ਪਰ ਇਹ ਮੈਂ ਇਸ ਤਰ੍ਹਾਂ ਦੀਆਂ ਵਿਚਾਰਾਂ ਸੁਣੀਆਂ। ਦੂਸਰੇ ਪਾਸੇ ਜੋ ਵੇਦਾਂ ਪੁਰਾਣਾਂ ਦੇ ਵਿੱਚ ਲਿਖਿਆ ਹੋਇਆ ਹੈ ਉਹ ਵੀ ਕਦੇ ਝੂਠ ਨਹੀਂ ਹੋ ਸਕਦਾ। ਇਹ ਵੀ ਮੇਰੇ ਮਨ ਦੇ ਵਿੱਚ ਦ੍ਰਿੜ ਨਿਸ਼ਚਾ ਹੈ। ਹੁਣ ਤੁਸੀਂ ਇਸ ਗੱਲ ਦੇ ਬਾਬਤ ਨਿਰਣਾ ਕਰਕੇ ਦੱਸੋ ਕਿ ਇਹ ਵੇਦਾਂ ਦੇ ਵਿੱਚ ਲਿਖਿਆ ਹੋਇਆ ਝੂਠ ਲਿਖਿਆ ਹੈ ਜਾਂ ਕਰ ਇਹ ਗੁਰਸਿੱਖ ਝੂਠ ਬੋਲ ਰਹੇ ਹਨ। ਉਧਰ 1 ਸਾਲ ਦਾ ਰਸਤਾ ਲਿਖਿਆ ਹੋਇਆ ਹੈ, ਇੱਧਰ ਇਹ ਰਸਤਾ ਕੋਈ 4 ਪਹਿਰਾਂ ਦਾ ਕਹਿ ਰਿਹਾ ਹੈ, ਕੋਈ 2, ਕੋਈ 1, ਕੋਈ 1 ਛਿਣ ਦਾ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਕਿਹਾ ਕਿ ਪੰਡਿਤ ਜੀ ਦੋਨੇ ਹੀ ਗੱਲਾਂ ਸਹੀ ਹਨ। ਜਦ ਪੰਡਿਤ ਨਿਤਾਨੰਦ ਨੇ ਇਹ ਵਿਚਾਰ ਸੁਣੀ, ਉਹ ਹੋਰ ਵੀ ਹੈਰਾਨ ਹੋ ਗਿਆ ਕਿ ਇਹ ਕਿਵੇਂ ਹੋ ਸਕਦਾ ਹੈ। ਫਿਰ ਸਤਿਗੁਰੂ ਮਹਾਰਾਜ ਜੀਆਂ ਨੇ ਭਾਈ ਗੁਰਦਾਸ ਜੀ ਜੋ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੁਭਾਏਮਾਨ ਸਨ, ਉਹਨਾਂ ਦੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹ ਭਾਈ ਗੁਰਦਾਸ ਜੀਆਂ ਦੇ ਪਾਸੋਂ ਪੁੱਛਣਾ ਕਰੋ, ਜੋ ਸਾਰੇ ਵਿਚਾਰ ਤੁਹਾਨੂੰ ਖੋਲ੍ਹ ਕੇ ਕੱਲੀ ਕੱਲੀ ਵਿਚਾਰ ਇਹ ਦੱਸ ਦੇਣਗੇ, ਸਮਝਾ ਦੇਣਗੇ। ਤਾਂ ਉਸ ਤੋਂ ਬਾਅਦ ਭਾਈ ਗੁਰਦਾਸ ਜੀਆਂ ਦੇ ਨਾਲ ਕਾਫੀ ਸਮਾਂ ਪੰਡਿਤ ਨਿਤਾਨੰਦ ਜੀਆਂ ਦੀ ਵਿਚਾਰ ਚੱਲੀ। ਤਾਂ ਭਾਈ ਗੁਰਦਾਸ ਜੀਆਂ ਨੇ ਵੀ ਸਮਝਾਉਣਾ ਕੀਤਾ, ਦੱਸਣਾ ਕੀਤਾ ਕਿ ਪੰਡਿਤ ਜੀ ਦੇਖੋ, ਜੋ ਪੁਰਾਣਾਂ ਦੇ ਵਿੱਚ ਲਿਖਿਆ ਹੋਇਆ ਹੈ, ਗਰੁੜ ਪੁਰਾਣ ਦੇ ਵਿੱਚ ਲਿਖਿਆ ਹੋਇਆ ਹੈ ਕਿ ਪਰਲੋਕ ਦਾ ਰਸਤਾ 1 ਸਾਲ ਦਾ ਰਸਤਾ ਹੈ। ਇਹ ਗੁਰਸਿੱਖਾਂ ਦੇ ਵਾਸਤੇ ਨਹੀਂ ਲਿਖਿਆ। ਇਹ ਪਰਲੋਕ ਦਾ ਰਸਤਾ ਗਰੁੜ ਪੁਰਾਣ ਦੇ ਵਿੱਚ ਪਾਪੀ ਅਤੇ ਪੁੰਨੀਆਂ ਦੇ ਵਾਸਤੇ ਲਿਖਿਆ ਹੋਇਆ ਹੈ। ਜੋ ਦੁਨੀਆ ਦੇ ਵਿੱਚ ਰਹਿ ਕੇ ਪਾਪ ਕਰਮ ਕਰਦੇ ਹਨ ਜਾਂ ਕਰ ਪੁੰਨ ਕਰਮ ਕਰਦੇ ਹਨ, ਉਹਨਾਂ ਦੇ ਵਾਸਤੇ ਇਹ ਰਸਤਾ ਵਾਕਿਆ ਹੀ 1 ਸਾਲ ਦਾ ਰਸਤਾ ਹੈ। ਪਰ ਜੋ ਗੁਰਸਿੱਖ ਹਨ, ਉਹਨਾਂ ਦੀ ਗੁਰੂ ਦੀ ਕਿਰਪਾ ਦੇ ਅਨੁਸਾਰ ਅਵਸਥਾ ਬਹੁਤ ਉੱਚੀ ਚਲੀ ਜਾਂਦੀ ਹੈ, ਔਰ ਤਾਂ ਕਰਕੇ ਉਹਨਾਂ ਦੇ ਵਿੱਚ ਇਹ ਪਾਵਰ, ਇਹ ਸ਼ਕਤੀ ਪੈਦਾ ਹੋ ਜਾਂਦੀ ਹੈ ਕਿ ਉਹ ਇਹ ਐਡੇ ਵੱਡੇ ਰਸਤੇ ਨੂੰ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਤੈਅ ਕਰ ਸਕਦੇ ਹਨ। ਤਾਂ ਇਹਨਾਂ ਵਿਚਾਰਾਂ ਨੂੰ ਭਾਈ ਗੁਰਦਾਸ ਜੀਆਂ ਨੇ ਕੁਝ ਇਸ ਤਰੀਕੇ ਦੇ ਨਾਲ ਸਮਝਾਉਣਾ ਕੀਤਾ ਕਿ ਪੰਡਿਤ ਨਿਤਾਨੰਦ ਜੀਆਂ ਨੂੰ ਇਹ ਵਿਚਾਰਾਂ ਚੰਗੀਆਂ ਲੱਗੀਆਂ ਅਤੇ ਉਹ ਸਮਝ ਜਾਂਦੇ ਹਨ ਕਿ ਇਹ ਠੀਕ ਹੈ। ਪਰ ਫਿਰ ਉਹਨਾਂ ਦੇ ਮਨ ਦੇ ਵਿੱਚ ਇਹ ਇੱਛਾ ਜਾਗੀ, ਤਾਂਘ ਜਾਗੀ ਕਿ ਕਿਤੇ ਮੈਨੂੰ ਵੀ ਕੋਈ ਇਹੋ ਜਿਹੀ ਅਵਸਥਾ ਪ੍ਰਾਪਤ ਹੋ ਜਾਵੇ ਜਿਸ ਅਵਸਥਾ ਦੇ ਵਿੱਚ ਗੁਰਸਿੱਖ ਵਿਚਰਦੇ ਹਨ, ਤਾਂ ਤੇ ਮੈਨੂੰ ਹੋਰ ਵੀ ਵਿਸ਼ਵਾਸ ਆਵੇ ਤੇ ਮੈਨੂੰ ਲਾਭ ਵੀ ਪ੍ਰਾਪਤ ਹੋਵੇ, ਫਾਇਦਾ ਵੀ ਹੋਵੇ।
ਤਾਂ ਉਸੇ ਦਿਨ ਤੋਂ ਇਹੋ ਜਿਹਾ ਅਸਰ ਪੰਡਿਤ ਨਿਤਾਨੰਦ ਦੇ ਮਨ ਦੇ ਉੱਪਰ ਪਿਆ ਕਿ ਉਹਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨ ਪਕੜੇ ਅਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਵੀ ਆਪਣਾ ਸਿੱਖ ਬਣਾ ਲਵੋ। ਤਾਂ ਉਸ ਸਮੇਂ ਦੇ ਵਿੱਚ ਅਜੇ ਖੰਡੇ ਦੀ ਪਾਹੁਲ, ਖੰਡੇ ਦਾ ਅੰਮ੍ਰਿਤ ਨਹੀਂ ਤਿਆਰ ਹੋਇਆ ਸੀ। ਇੱਥੇ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਸਮੇਂ ਤੋਂ ਸਤਿਗੁਰਾਂ ਕਿਰਪਾ ਕੀਤੀ। ਉਸ ਤੋਂ ਪਹਿਲੇ ਜੋ ਗੁਰਸਿੱਖ ਸਨ ਉਹ ਗੁਰੂ ਕੇ ਕਾ ਚਰਨਾ ਅੰਮ੍ਰਿਤ ਲੈ ਕੇ ਗੁਰਸਿੱਖ ਬਣਦੇ ਸਨ ਔਰ ਗੁਰੂ ਘਰ ਦੀ ਰਹੁ ਰੀਤੀ ਮਰਿਆਦਾ ਦੇ ਵਿੱਚ ਪ੍ਰਪੱਕ ਹੁੰਦੇ ਸਨ। ਤਾਂ ਪੰਡਿਤ ਨਿਤਾਨੰਦ ਨੇ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦਾ ਅੰਮ੍ਰਿਤ ਲਿਆ। ਇਸ ਦੇ ਵੀ ਕੋਈ ਵੱਡੇ ਭਾਗ ਜਾਗੇ, ਇਹ ਵੀ ਗੁਰਸਿੱਖ ਬਣ ਗਿਆ। ਤਾਂ ਗੁਰਮਤਿ ਮਰਿਆਦਾ ਦੇ ਅਨੁਸਾਰ ਆਪਣਾ ਜੀਵਨ ਢਾਲ ਦਿੱਤਾ। ਸਤਿਗੁਰੂ ਮਹਾਰਾਜ ਜੀਆਂ ਨੇ ਭਾਵੇਂ ਇਸ ਨੂੰ ਹੁਕਮ ਕੀਤਾ ਕਿ ਪੰਡਿਤ ਜੀ ਤੁਸੀਂ ਇੱਥੇ ਕਥਾ ਹੀ ਕਰਿਆ ਕਰੋ, ਪਰ ਕਥਾ ਕਰਦੇ ਤਾਂ ਬਹੁਤ ਸਾਰਾ ਧਨ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਨੂੰ ਦਿੰਦੇ। ਉਹ ਮਾਇਆ ਪੈਸਾ ਆਪਣੇ ਘਰ ਭੇਜ ਦਿੰਦਾ, ਜਾ ਵੀ ਆਉਂਦਾ, ਪਰ ਰਹਿੰਦਾ ਸਤਿਗੁਰੂ ਮਹਾਰਾਜ ਜੀਆਂ ਦੇ ਅਸਥਾਨ 'ਤੇ। ਤਾਂ ਭਜਨ ਬੰਦਗੀ ਸੇਵਾ ਸਿਮਰਨ ਕਰਦੇ ਕਰਦੇ ਪੰਡਿਤ ਨਿਤਾਨੰਦ ਦੀ ਵੀ ਅਵਸਥਾ ਉਹ ਚੜ੍ਹਦੀ ਚਲੀ ਗਈ। ਅਵਸਥਾ ਚੜ੍ਹਦੀ ਹੋਈ ਇਸ ਥਾਂ 'ਤੇ ਐਡੀ ਅਵਸਥਾ ਦੇ ਮਾਲਕ ਹੋ ਜਾਂਦੇ ਹਨ ਕਿ ਜੋ ਪਰਲੋਕ ਦਾ ਰਸਤਾ ਇਹ 1 ਸਾਲ ਦਾ ਕਹਿੰਦੇ ਸਨ। ਹਰ ਗੁਰਸਿੱਖ ਕੋਈ 4 ਪਹਿਰਾਂ ਦਾ, ਕੋਈ 2 ਪਹਿਰਾਂ ਦੇ ਵਿੱਚ ਤੈਅ ਕਰਨ ਦੀ ਗੱਲ ਕਰਦੇ ਸਨ। ਤਾਂ ਪੰਡਿਤ ਨਿਤਾਨੰਦ ਨੂੰ ਵੀ ਇਹ ਅਵਸਥਾ ਪ੍ਰਾਪਤ ਹੋ ਗਈ ਕਿ ਉਹ ਇਸ ਸਾਲ ਦੇ ਪਰਲੋਕ ਦੇ ਰਸਤੇ ਨੂੰ 1 ਛਿਣ ਦੇ ਵਿੱਚ ਹੀ ਤੈਅ ਕਰਨ ਨੂੰ ਸਮਰੱਥ ਹੋ ਗਿਆ। ਤਾਂ ਉਹ ਵੀ ਧੰਨ ਧੰਨ ਹੋ ਜਾਂਦਾ ਹੈ। ਫਿਰ ਆ ਕੇ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ 'ਚ ਸਾਰੀਆਂ ਬੇਨਤੀਆਂ ਕੀਤੀਆਂ ਕਿ ਸੱਚੇ ਪਾਤਸ਼ਾਹ ਆਪ ਜੀਆਂ ਦੀ ਕਿਰਪਾ ਦੇ ਅਨੁਸਾਰ ਮੈਨੂੰ ਹੁਣ ਉਸ ਗੱਲ ਦਾ ਨਿਰਣਾ ਵੀ ਪਰਪੱਕ ਹੋ ਗਿਆ ਹੈ ਅਤੇ ਆਪ ਜੀਆਂ ਦੀ ਕਿਰਪਾ ਦੇ ਨਾਲ ਮੈਨੂੰ ਬਹੁਤ ਵੱਡਾ ਲਾਭ ਪ੍ਰਾਪਤ ਹੋਇਆ ਕਿ ਇਹ ਅਵਸਥਾ ਆਪ ਜੀਆਂ ਨੇ ਬਖਸ਼ ਦਿੱਤੀ ਹੈ। ਇਉਂ ਕਰਕੇ ਸਾਧ ਸੰਗਤ ਭਾਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚੋਂ ਦੇ ਇਤਿਹਾਸ ਦੇ ਵਿੱਚ ਬੜੇ ਗੁਰਸਿੱਖਾਂ ਦੇ ਨਾਮ ਆਉਂਦੇ ਹਨ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕਰਕੇ ਵੱਡੀਆਂ ਵੱਡੀਆਂ ਅਵਸਥਾਵਾਂ ਪ੍ਰਾਪਤ ਕਰ ਲਈਆਂ। ਉੱਥੇ ਅੱਜ ਆਪਾਂ ਇਹ ਥੋੜ੍ਹੀ ਜਿਹੀ ਵਿਚਾਰ ਪੰਡਿਤ ਨਿਤਾਨੰਦ ਜੀਆਂ ਦੀ ਕੀਤੀ ਕਿ ਕਿਸ ਤਰ੍ਹਾਂ ਕਰਕੇ ਉਹ ਗੁਰੂ ਕਾ ਸਿੱਖ ਬਣਿਆ ਔਰ ਉਸ ਵੱਡੀ ਅਵਸਥਾ ਨੂੰ ਪ੍ਰਾਪਤ ਕੀਤਾ। ਗੁਰੂ ਕੇ ਚਰਨ ਕਮਲਾਂ ਦੇ ਨਾਲ ਜੁੜਿਆ, ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੁੜਿਆ ਅਤੇ ਪਰਮ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ। ਸਾਧ ਸੰਗਤ ਜੀ, ਗੁਰੂ ਕਾ ਇਤਿਹਾਸ ਵਿਚਾਰਾਂ ਕਰਦਿਆਂ ਸ਼ਬਦ ਅੱਖਰ ਵੱਧ ਘੱਟ ਲੱਗ ਜਾਂਦੇ ਹਨ। ਸਤਿਗੁਰਾਂ ਦੀ ਸਿੱਖ ਸੰਗਤ ਅਤੇ ਗੁਰੂ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।